Hello students, today's my topic is Farmer Bill. Farmer Bill 2020। ਆਓ ਹੁਣ ਅਸੀਂ ਜਾਣਦੇ ਹਾਂ ਕਿ ਫਾਰਮਰ ਬਿੱਲ ਕੀ ਹੁੰਦਾ ਹੈ। ਵਟ ਇਜ਼ ਫਾਰਮਰ ਬਿੱਲ। ਕਿਸਾਨ ਬਿੱਲ ਹੈ ਜਿਹੜੇ ਉਹ ਦੇ ਵਿਰੋਧੀ ਕਿਉਂ ਹਨ, ਠੀਕ ਹੈ। ਇਸ ਦੇ ਬਾਰੇ ਅਸੀਂ ਡੀਪਲੀ ਐਨਾਲਾਈਜ਼ ਕਰਾਂਗੇ। ਪਾਰਲੀਮੈਂਟ ਵਿੱਚ ਕਿਹੜੇ 3 ਬਿੱਲ ਹੈ ਜਿਹੜੇ ਫਾਰਮਰ ਨਾਲ ਰਿਲੇਟਡ ਪਾਸ ਹੋਏ ਹਨ, ਜਿਹੜੇ ਕਿ ਕਿਸਾਨ ਵਿਰੋਧੀ ਹਨ ਜਾਂ ਕਿਸਾਨ ਜਿਸ ਬਿੱਲਾਂ ਦਾ ਪ੍ਰੋਟੈਸਟ ਕਰ ਰਹੇ ਹਨ, ਉਹਨਾਂ ਦੇ ਬਾਰੇ ਅੱਜ ਅਸੀਂ ਡੀਪਲੀ ਐਨਾਲਾਈਜ਼ ਕਰਾਂਗੇ। ਨਾਓ ਸਟਾਰਟ ਮਾਈ ਵੀਡੀਓ। ਫਾਰਮਰ ਬਿੱਲ। ਫਾਰਮਰ ਬਿੱਲ ਦੇ ਇੰਟਰੋਡਕਸ਼ਨ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਫਾਰਮਰ ਬਿੱਲ ਹੈ ਜਿਹੜਾ ਇਹ ਫਾਰਮਰਸ ਦੇ ਅਗੇਂਸਟ ਵਿੱਚ ਇੱਕ ਪਾਸ ਕੀਤਾ ਗਿਆ, ਪਾਰਲੀਮੈਂਟ ਦੁਆਰਾ ਪਾਸ ਕੀਤਾ ਗਿਆ ਇੱਕ ਕਿਸਾਨ ਬਿੱਲ ਹੈ ਜਿਹੜਾ ਕਿ 2020 ਵਿੱਚ ਪਾਸ ਕੀਤਾ ਗਿਆ ਸੀ, ਠੀਕ ਹੈ। ਕੁਝ ਹੀ ਦਿਨ ਪਹਿਲਾਂ ਕੀ ਹੋਇਆ ਕਿ ਖੇਤੀ ਨਾਲ ਰਿਲੇਟਡ 3 ਬਿੱਲ ਹੈ ਜਿਹੜੇ ਪਾਰਲੀਮੈਂਟ ਵਿੱਚ ਪਾਸ ਕੀਤੇ ਗਏ ਅਤੇ ਇਹ ਫਾਰਮ ਬਿੱਲ ਹੈ ਜਿਹੜੇ ਜਦੋਂ ਪਾਸ ਹੋਏ ਤਾਂ ਕਾਫੀ ਹੰਗਾਮਾ ਹੋਇਆ, ਠੀਕ ਹੈ। ਜਿਸ ਦੇ ਓਪੋਜੀਸ਼ਨ ਵਿੱਚ ਕੀ ਹੈ, ਕਈਆਂ ਨੇ ਇਸ ਦੀ ਵੋਟ ਹੀ ਨਹੀਂ ਪਵਾਈ ਗਈ ਸੀ, ਇਹ ਵੀ ਕਿਹਾ ਗਿਆ, ਠੀਕ ਹੈ। ਤੇ ਰਾਜ ਲੋਕ ਸਭਾ ਦੋਨਾਂ ਵੱਲੋਂ ਕੀ ਇਹ ਬਿੱਲ ਪਾਸ ਕਰ ਦਿੱਤਾ ਗਿਆ ਤੇ ਵਰਤਮਾਨ ਸਮੇਂ ਪ੍ਰੈਜ਼ੀਡੈਂਟ ਨੇ ਵੀ ਇਸ ਨੂੰ ਆਪਣੀ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਹੈ। ਗੱਲ ਕੀ ਸੀ ਜਦੋਂ ਰਾਜ ਸਭਾ ਐਂਡ ਲੋਕ ਸਭਾ ਵਿੱਚ ਪਾਸ ਹੋਈ ਹੈ ਤੇ ਪਾਰਲੀਮੈਂਟ ਦੀ ਮੋਹਰ ਲੱਗ ਗਈ ਤਾਂ ਜਦੋਂ ਜੂਨ ਵਿੱਚ ਕੀ ਹੈ ਇਸ ਨੂੰ ਇੱਕ ਆਰਡੀਨੈਂਸ ਦੁਆਰਾ ਜਨਤਾ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਗਿਆ ਕਿਸ ਨੂੰ, ਫਾਰਮਰ ਬਿੱਲ ਨੂੰ। ਉਸ ਸਮੇਂ ਵੀ ਇਸ ਦਾ ਕਾਫੀ ਵਿਰੋਧ ਹੋਇਆ ਸੀ, ਵੱਡੇ ਸਤਰ ਤੇ ਵੀ ਇਸ ਦਾ ਵਿਰੋਧ ਹੈ ਜਿਹੜਾ ਸੈਪਟੈਂਬਰ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਸੀ। ਮੁੱਖ ਤੌਰ ਤੇ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਸੀ ਇਹ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮੇਨਲੀ ਦੇਖਣ ਨੂੰ ਮਿਲਿਆ ਸੀ, ਠੀਕ ਹੈ। ਤਾਂ ਇਸ ਬਿੱਲ ਨੂੰ ਕਿਉਂ ਸਾਰੇ ਵਿਰੋਧੀ ਸੀ, ਕਿਉਂ ਫਾਰਮਰਸ ਦੇ ਵਿਰੋਧ ਵਿੱਚ ਇਹ ਬਿੱਲ ਜਿਹੜਾ ਪਾਸ ਹੋਇਆ ਜਾਂ ਫਾਰਮਰ ਇਸ ਬਿੱਲ ਨੂੰ ਆਪਣਾ ਵਿਰੋਧੀ ਕਿਉਂ ਸਮਝਦੇ ਹਨ, ਆਓ ਹੁਣ ਅਸੀਂ ਇਸ ਦੇ ਬਾਰੇ ਪੜ੍ਹਦੇ ਹਾਂ। ਆਓ ਹੁਣ ਅਸੀਂ ਜਿਹੜੇ ਪਾਰਲੀਮੈਂਟ ਦੁਆਰਾ ਕਿਸਾਨ ਬਿੱਲ 2020 ਪਾਸ ਕੀਤੇ ਗਏ ਸੀ, ਜਿਹੜੇ 3 ਬਿੱਲ ਪਾਸ ਕੀਤੇ ਗਏ ਸੀ ਉਹਨਾਂ ਦੇ ਨਾਮਾਂ ਬਾਰੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾ ਹੈ ਦੀ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ, ਠੀਕ ਹੈ, ਪ੍ਰਮੋਸ਼ਨ ਐਂਡ ਫੈਸਿਲਿਟੀ ਬਿੱਲ 2020, ठीक है। एंड सेकंड बिल है दी फार्मर एम्पावरमेंट प्रोटेक्शन। ये फार्मर दी एम्पावरमेंट प्रोटेक्शन ना रिलेटेड है। एग्रीमेंट ऑन प्राइस एश्योरेंस एंड फार्म सर्विसेज बिल 2020। एंड दी थर्ड एंड दी लास्ट बिल है दी एसेंशियल कमोडिटीज बिल 2020, ठीक है। ਇਹ ਮੇਨ 3 ਬਿਲਸ ਦੇ ਨਾਮ ਸੀ ਜਿਹੜੇ ਕਿ ਪਾਰਲੀਮੈਂਟ ਦੁਆਰਾ ਪਾਸ ਕੀਤੇ ਗਏ, ਜਿਨ੍ਹਾਂ ਨੂੰ ਰਾਜ ਸਭਾ ਐਂਡ ਲੋਕ ਸਭਾ ਵਿੱਚ ਵੀ ਪਾਸ ਕੀਤਾ ਗਿਆ ਅਤੇ ਵਰਤਮਾਨ ਸਮੇਂ ਪ੍ਰੈਜ਼ੀਡੈਂਟ ਦੀ ਵੀ ਮੋਹਰ ਹੈ ਜਿਹੜੀ ਇਸ ਤੇ ਲੱਗ ਚੁੱਕੀ ਹੈ। ਕਿਸਾਨਾਂ ਵੱਲੋਂ ਇਸ ਦਾ ਕਾਫੀ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ, ਕਿਉਂਕਿ ਕਿਸਾਨ ਹੈ ਜਿਹੜੇ ਇਸ ਬਿੱਲ ਨੂੰ ਆਪਣਾ ਵਿਰੋਧੀ ਸਮਝਦੇ ਹਨ, ਉਹਨਾਂ ਦੇ ਅਗੇਂਸਟ ਵਿੱਚ ਇਹ ਬਿੱਲ ਹੈ ਜਿਹੜਾ ਪਾਸ ਕਰ ਦਿੱਤਾ ਗਿਆ। ਇਸ ਨੂੰ ਜਨਮਤ ਦਾ ਸਮਰਥਨ ਹੈ ਜਿਹੜਾ ਪ੍ਰਾਪਤ ਨਹੀਂ ਹੋਇਆ, ਜਿਸ ਅਧੀਨ ਕੀ ਹੈ ਕਿਸਾਨਾਂ ਵੱਲੋਂ ਭਾਰੀ ਮਾਤਰਾ ਵਿੱਚ ਇੱਕ ਪ੍ਰੋਟੈਸਟ ਕੀਤਾ ਗਿਆ ਜੋ ਕਿ ਹਜੇ ਤੱਕ ਵੀ ਚੱਲ ਰਿਹਾ ਹੈ। ਇਹ ਇੱਕ ਕਰੰਟ ਮੁੱਦਾ ਰਿਹਾ ਹੈ ਜਿਸ ਨੂੰ ਕੀ ਹੈ ਫਾਰਮਰਸ ਵੱਲੋਂ ਵੱਡੇ ਤੌਰ ਤੇ ਅਪਣਾਇਆ ਗਿਆ ਹੈ, ਠੀਕ ਹੈ। ਤਾਂ ਆਓ ਸਭ ਤੋਂ ਪਹਿਲਾਂ ਅਸੀਂ ਵਾਰੀ-ਵਾਰੀ ਹਰੇਕ ਬਿੱਲ ਨੂੰ ਡੀਪਲੀ ਐਨਾਲਾਈਜ਼ ਕਰਾਂਗੇ ਕਿ ਇਹ ਕਿਸ ਤਰ੍ਹਾਂ ਨਾਲ ਅਗੇਂਸਟ ਹੈ, ਕਿਸ ਤਰ੍ਹਾਂ ਨਾਲ ਵਰਕ ਕਰੇਗਾ, ਠੀਕ ਹੈ। ਇਸ ਦੇ ਬਾਰੇ ਡੀਪਲੀ ਐਨਾਲਾਈਜ਼ ਕਰਾਂਗੇ ਅਸੀਂ ਤਿੰਨੇ ਬਿੱਲਾਂ ਬਾਰੇ। ਸਭ ਤੋਂ ਪਹਿਲਾਂ ਅਸੀਂ ਫਸਟ ਬਿੱਲ ਬਾਰੇ ਜਾਣਦੇ ਹਾਂ। ਆਓ ਹੁਣ ਅਸੀਂ ਬਿੱਲ 1 ਬਾਰੇ ਡੀਪਲੀ ਐਨਾਲਾਈਜ਼ ਕਰਦੇ ਹਾਂ। ਸਭ ਤੋਂ ਪਹਿਲਾ ਹੈ ਬਿੱਲ 1 ਸੀ ਸਾਡਾ ਇਸ ਅਧੀਨ ਕਿਹਾ ਗਿਆ ਕਿ ਫਾਰਮਰ ਹੈ ਜਿਹੜੇ ਕਿਸਾਨ ਹੈ ਜਿਹੜੇ ਫਾਰਮਰ ਵਿਲ ਸੈਲ ਹਿਸ ਪ੍ਰੋਡਿਊਸ ਕ੍ਰੌਪ ਵਿਦਆਊਟ ਇੰਟਰਸਟੇਟ ਬੈਰੀਅਰ। ਭਾਵ ਕਿ ਜਦੋਂ ਕਿਸਾਨ ਹੈ ਜਿਹੜੇ ਉਹ ਆਪਣੀ ਜਿਹੜੀ ਫਸਲ ਹੈ ਜਿਹੜੀ ਆਪਣੀ ਉਪਜ ਨੂੰ ਕਿਸੇ ਵੀ ਖੇਤਰ ਵਿੱਚ ਜਾ ਕੇ ਵੇਚ ਸਕਦੇ ਹਨ ਵਿਦਆਊਟ ਇੰਟਰਸਟੇਟ ਬੈਰੀਅਰ ਅਧੀਨ, ਕਿ ਕਿਸੇ ਵੀ ਅੰਤਰਰਾਜੀ ਸਟੇਟ ਵਿੱਚ ਹੈ ਜਿਹੜਾ ਆਪਣੀ ਇਸ ਉਪਜ ਨੂੰ ਵੇਚ ਸਕਦੇ ਹਨ, ਠੀਕ ਹੈ। ਪ੍ਰਾਈਵੇਟ ਮਾਰਕੀਟ ਹੈ ਜਿਹੜੀ ਔਰ ਮੰਡੀਜ਼ ਹੈ ਜਿਹੜੀ ਐਸਟੈਬਲਿਸ਼ ਕੀਤੀਆਂ ਜਾਣਗੀਆਂ, ਠੀਕ ਹੈ। APMC ਦੇ ਅਧੀਨ ਜਿਹੜਾ ਮਿਡਲਮੈਨ ਹੈ ਜਿਹੜਾ
ਉਸਨੂੰ ਰਿਮੂਵਡ ਕਰ ਦਿੱਤਾ ਜਾਵੇਗਾ, ਜਿਸ ਨੂੰ ਆੜਤੀ ਜਾਂ ਵਿਚੋਲਾ ਵਾਲਾ ਮੈਨ ਵੀ ਕਿਹਾ ਜਾਵੇਗਾ। ਠੀਕ ਹੈ, ਹੁਣ ਇਹ ਕੀ ਹੋਇਆ ਕਿ ਜਿਹੜਾ ਐਗਜ਼ਿਸਟਿੰਗ ਸਿਸਟਮ ਹੈ ਜਿਹੜਾ ਉਸਨੂੰ ਸਮਝਣ ਦੀ ਲੋੜ ਹੈ। ਸਭ ਤੋਂ ਪਹਿਲਾਂ ਕੀ ਹੈ, ਜਿਹੜਾ ਇੰਡੀਆ ਹੈ ਜਿਹੜਾ ਇਨ 1950 ਵਿੱਚ ਕੀ ਹੁੰਦਾ ਸੀ ਕਿ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ, APMC ਦੀ ਫੁੱਲ ਫਾਰਮ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਸਥਾਪਿਤ ਕੀਤੀ ਗਈ ਸੀ। ਠੀਕ ਹੈ, ਜਿਸ ਦਿਨ ਕੀ ਹੋਇਆ ਕਿ ਕਿਸਾਨ ਹੈ ਆਪਣੀ ਫਸਲ ਲੈ ਕੇ APMC ਵਿੱਚ ਆਉਂਦੇ ਸੀ ਤੇ ਆੜ੍ਹਤੀ ਹੈ ਜਿਹੜੇ ਉਸਨੂੰ ਖਰੀਦ ਲੈਂਦੇ ਸੀ। ਠੀਕ ਹੈ, ਐਜ਼ ਅ ਮਿਡਲ ਮੈਨ। ਠੀਕ ਹੈ, ਤੇ ਉਹਨਾਂ ਤੋਂ ਕੀ ਹੈ ਦੁਕਾਨਦਾਰ ਹੈ ਜਿਹੜੀ ਆਪਣੀ ਜਿਹੜਾ ਪ੍ਰੋਡਕਟ ਹੈ ਜਿਹੜਾ ਇਹ ਆੜਤੀਆਂ ਤੋਂ ਖਰੀਦਦੇ ਸੀ, ਤੇ ਵਿਚੋਲਗੇ ਵਾਲਾ ਮੈਨ ਹੈ ਜਿਹੜਾ ਆੜਤੀ ਦੇ ਰੂਪ ਵਿੱਚ ਕੰਮ ਕਰਦਾ ਸੀ। ਠੀਕ ਹੈ, ਤਾਂ ਇਸ ਤਰ੍ਹਾਂ ਕੀ ਹੈ APMC ਵਿੱਚ ਕਈ ਮੈਨ ਨੇ ਜਿਹੜੇ ਕੰਮ ਕਰਦੇ ਸੀ ਤੇ ਜਿਵੇਂ ਕਿ ਅਨਾਜ ਨੂੰ ਸਟੋਰੇਜ ਕਰਨਾ, ਅਨਾਜ ਨੂੰ ਇਕੱਠਾ ਕਰਨਾ ਵਗੈਰਾ ਵਗੈਰਾ। ਠੀਕ ਹੈ, ਤਾਂ ਇਸ ਤਰ੍ਹਾਂ ਨਾਲ ਕੀ ਹੈ ਕਈ ਮੈਨ ਨੇ ਜਿਹੜੇ ਵਿਚੋਲਗੇ ਦੇ ਰੂਪ ਵਿੱਚ ਕੰਮ ਕਰਦੇ ਸੀ। ਤੇ ਇਹਨਾਂ ਸਾਰਿਆਂ ਨੂੰ ਕੀ ਹੈ ਇਸ ਕਾਨੂੰਨ ਅਧੀਨ, ਇਸ ਬਿੱਲ ਦੇ ਅਧੀਨ ਹੈ ਜਿਹੜਾ ਖਤਮ ਕਰ ਦਿੱਤਾ ਗਿਆ, ਕਿ ਜਿਸ ਅਧੀਨ ਕਿ ਕਿਸਾਨਾਂ ਨੇ ਕੀ ਆਪਣੇ ਆਪ ਨੂੰ ਖਤਰੇ ਵਿੱਚ ਮਹਿਸੂਸ ਕੀਤਾ। ਕਈ ਨੌਜਵਾਨ ਜਿਹੜੇ ਸੀਗੇ ਜਿਹੜੇ ਮਿਡਲ ਮੈਨ ਦੇ ਰੂਪ ਵਿੱਚ ਕੰਮ ਕਰਦੇ ਸੀ, ਉਹਨਾਂ ਨੂੰ ਵੀ ਕਾਫੀ ਧੱਕਾ ਲੱਗਿਆ, ਉਹ ਇਸ ਦੇ ਅਗੇਂਸਟ ਹੋ ਗਏ। ਠੀਕ ਹੈ, ਤਾਂ ਇਸ ਬਿੱਲ ਦੇ ਅਧੀਨ ਕੀ ਹੋਇਆ ਕਿ ਜਿਹੜੇ ਦੁਕਾਨਦਾਰ ਸੀ ਉਹ ਡਾਇਰੈਕਟ ਫਾਰਮਰ ਤੋਂ ਸਬਜ਼ੀ ਕਣਕ ਖਰੀਦ ਸਕਦੇ ਹਨ। ਔਨ ਪੇਪਰ ਜਿਹੜਾ ਸਕੀਮ ਇਹ ਇੱਕ ਕਾਫੀ ਗੁੱਡ ਸੀ, ਪਰੰਤੂ ਕੀ ਹੈ ਇਸ ਦਾ ਰਿਐਲਿਟੀ ਵਿੱਚ ਜਿਹੜਾ ਪ੍ਰੈਕਟੀਕਲੀ ਵਰਕ ਹੈ ਜਿਹੜਾ ਉਹ ਬੈਡ ਇੰਪੈਕਟ ਵਾਲਾ ਸੀ। ਠੀਕ ਹੈ, ਕਿਉਂਕਿ ਇਸ ਦਾ ਇੰਪੈਕਟ ਜਿਹੜਾ ਜ਼ਰੂਰੀ ਨਹੀਂ ਹੈ ਜੀ, ਜਿਹੜਾ ਪੋਜ਼ਿਟਿਵ ਨਾਲੋਂ ਕੀ ਹੈ ਨੈਗੇਟਿਵ ਇੰਪੈਕਟ ਹੈ ਜਿਹੜਾ ਜ਼ਿਆਦਾ ਪੈਣ ਵਾਲਾ ਸੀ, ਕਿਉਂਕਿ ਕਿਸਾਨ ਹੈ ਜਿਹੜਾ ਉਹ ਆਪਣੀ ਫਸਲ ਨੂੰ APMC ਵਿੱਚ ਲੈ ਕੇ ਜਾਂਦਾ ਸੀ। ਜ਼ਰੂਰੀ ਨਹੀਂ ਹੈ ਵੀ ਹਰੇਕ ਕਿਸਾਨ ਹੈ ਜਿਹੜਾ ਉਹ APMC ਵਿੱਚ ਪਹੁੰਚ ਕੇ ਆਪਣੀ ਫਸਲ, ਆਪਣਾ ਪ੍ਰੋਡਕਸ਼ਨ ਹੈ ਜਿਹੜਾ ਵੇਚ ਪਾਉਂਦਾ ਹੈ। ਓਨਲੀ ਔਨ 6% ਜਿਹੜੇ ਫਾਰਮਰ ਹੈ ਜਿਹੜੇ APMC ਵਿੱਚ ਪਹੁੰਚ ਕੇ ਆਪਣੀ ਫਸਲ ਦਾ ਭੁਗਤਾਨ ਹੈ ਜਿਹੜਾ ਪ੍ਰਾਪਤ ਕਰ ਪਾਉਂਦੇ ਹਨ, ਤੇ ਉਹਨਾਂ ਨੂੰ ਉਹ ਪ੍ਰੋਪਰਲੀ ਜਿਹੜਾ ਪ੍ਰਾਈਜ਼ ਹੈ ਜਿਹੜਾ ਉਹ ਵੀ ਕਿਸਾਨਾਂ ਨੂੰ ਪ੍ਰੋਪਰਲੀ ਨਹੀਂ ਮਿਲ ਪਾਉਂਦਾ। ਸੋ ਫਾਰਮਰ ਨੇ ਇਸ ਬਿੱਲ ਅਧੀਨ ਇਹ ਮਹਿਸੂਸ ਕੀਤਾ ਕਿ ਇੱਕ ਤਾਂ ਫਾਇਦਾ ਤਾਂ ਇਹ ਸੀ ਕਿ ਉਹ ਇੰਟਰਸਟੇਟ ਬੈਰੀਅਰ ਅਧੀਨ ਕਿਸੇ ਵੀ ਸਟੇਟ ਵਿੱਚ ਜਾ ਕੇ ਆਪਣੀ ਪ੍ਰੋਡਕਸ਼ਨ ਨੂੰ ਵੇਚ ਸਕਦੇ ਹਨ, ਆਪਣੇ ਕ੍ਰੌਪਸ ਨੂੰ, ਆਪਣੇ ਪ੍ਰੋਡਿਊਸ ਜਿਹੜੇ ਪ੍ਰੋਡਕਟ ਸੀ ਉਹਨਾਂ ਨੂੰ ਵੇਚ ਸਕਦੇ ਹਨ। ਪਰੰਤੂ ਕੀ ਹੈ ਇਸ ਅਧੀਨ ਜਿਹੜੇ ਪ੍ਰਾਈਵੇਟ ਮੰਡੀ ਸੀਗੀਆਂ ਉਹਨਾਂ ਦੀ ਐਸਟੈਬਲਿਸ਼ਮੈਂਟ ਕੀਤੀ ਗਈ, ਜੋ ਕਿ ਬੈਡ ਇੰਪੈਕਟ ਵਾਲੀ ਸੀ। ਜਿਹੜਾ ਵਿਚੋਲੀਆ ਸੀ ਜਾਂ ਆੜਤੀਆ ਸੀ ਉਹਨਾਂ ਨੂੰ ਰਿਮੂਵਡ ਕਰਨ ਦੀ ਬਜਾਏ ਕੀ ਹੈ APMC ਵਿੱਚ ਕੀ ਹੈ ਕਈ ਤਰ੍ਹਾਂ ਦੇ ਸੁਧਾਰ ਕਰਨ ਦੀ ਲੋੜ ਸੀ, ਨਾ ਕਿ ਇਹਨਾਂ ਨੂੰ ਰਿਮੂਵਡ ਕਰਨ ਦੀ। ਉਪਰੋਕਤ ਵੀਡੀਓ ਵਿੱਚ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਫਾਰਮਰਸ ਦੇ ਆਬਜੈਕਟਿਵਸ ਦੇ ਤੌਰ ਤੇ ਕੀ ਹੈ ਜਿਹੜੀ ਪ੍ਰਾਈਵੇਟ ਮੰਡੀ ਹੈ ਜਿਹੜਾ ਫੁੱਲੀ ਮੰਡੀਜ਼ ਨੇ ਕੀ ਹੈ ਫੁੱਲੀ ਕਲੋਜ਼ ਕਰ ਦਿੱਤਾ ਹੈ APMC ਨੂੰ। ਕਿਉਂ? ਕਿਉਂਕਿ ਇਸ ਦੀ ਜਿਹੜੀ ਸਥਿਤੀ ਹੈ ਜਿਹੜੀ ਬੈਡ ਇੰਪੈਕਟ ਵਾਲੀ ਸਥਿਤੀ ਹੈ ਇੰਡੀਆ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੈ, ਕਿਉਂਕਿ ਬਿਹਾਰ ਸਾਈਡ ਹੈ ਜਿਹੜਾ ਇਹ ਬਿੱਲ ਹੈ ਜਿਹੜਾ ਕਾਫੀ ਟਾਈਮ ਪਹਿਲਾਂ ਪਾਸ ਹੋ ਚੁੱਕਿਆ ਸੀ ਅਤੇ ਉੱਥੇ ਇੰਨੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਫਿਰ ਵੀ ਇਹ ਜਿਹੜਾ ਨਾਰਥ ਸਾਈਡ ਜਿਹੜੀ ਪਾਰਲੀਮੈਂਟ ਨੇ ਇਹ ਬਿੱਲ ਪਾਸ ਕਰ ਦਿੱਤਾ ਹੈ, ਜਿਸ ਅਧੀਨ ਕਿ ਫਾਰਮਰਸ ਨੂੰ ਬਿਹਾਰ ਵਾਲੀ ਸਿਚੁਏਸ਼ਨ ਵਾਲਾ ਡਰ ਹੈ ਜਿਹੜਾ ਫਾਰਮਰਸ ਵਿੱਚ ਦੇਖਣ ਨੂੰ ਮਿਲਿਆ ਹੈ। ਠੀਕ ਹੈ, ਇਹ ਸਥਿਤੀ ਹੈ ਜਿਹੜੀ ਜ਼ਿਆਦਾ ਮਾਤਰਾ ਵਿੱਚ ਆ ਸਕਦੀ ਹੈ ਕਿਉਂਕਿ 85% ਜਿਹੜੇ ਛੋਟੇ ਕਿਸਾਨ ਹੈ, ਠੀਕ ਹੈ, ਜਿਹੜੀ ਕਿ ਜ਼ਮੀਨ ਨਹੀਂ ਹੈ ਉਹਨਾਂ ਕੋਲ, ਸਟ੍ਰੈਟਜੀਜ਼ ਨਹੀਂ ਹੈ, ਅੱਛੀ ਮਸ਼ੀਨਾਂ ਨਹੀਂ ਹੈ, ਅੱਛੇ ਪ੍ਰੋਡਕਟਸ ਨਹੀਂ ਹੈ, ਜਿਸ ਅਧੀਨ ਕਿ ਉਹ ਆਪਣੇ ਕ੍ਰੌਪਸ ਨੂੰ, ਆਪਣੇ ਪ੍ਰੋਡਕਸ਼ਨ ਨੂੰ ਵਧਾ ਸਕਣ। ਠੀਕ ਹੈ, ਜਿਸ ਕਾਰਨ ਕੀ 85% ਹੈ ਉਹ ਜਿਹੜੇ ਫਾਰਮਰ ਸੀਗੇ, ਛੋਟੇ ਕਿਸਾਨ ਹਨ, ਉਹ ਜ਼ਿਆਦਾਤਰ ਕੀ ਹੈ ਵੱਡੀ ਕੰਪਨੀਆਂ ਨਾਲ ਲੈਣ ਦੇਣ ਨਹੀਂ ਕਰ ਸਕਦੇ, ਜਿਸ ਅਧੀਨ ਉਹ ਆਪਣੀ ਪ੍ਰੋਡਕਸ਼ਨ ਨੂੰ ਕੀ ਓਨਲੀ ਔਨ APMC ਵਿੱਚ ਜਾ ਕੇ ਵੇਚ ਸਕਦੇ ਸੀ, ਜਿਸ ਅਧੀਨ ਕੀ ਹੈ ਥੋੜੀ ਆਪਣੀ ਉਪਜ ਦਾ ਉਚਿਤ ਮੁੱਲ ਹੈ ਜਿਹੜਾ ਪ੍ਰਾਪਤ ਕਰ ਸਕਦੇ ਸੀ। ਪਰੰਤੂ ਬਿੱਲ 1 ਦੇ ਅਕੋਰਡਿੰਗ ਕੀ APMC ਨੂੰ ਫੁੱਲੀ ਰਿਮੂਵਡ ਕਰ ਦਿੱਤਾ ਗਿਆ ਅਤੇ ਜਿਸ ਅਧੀਨ ਪ੍ਰਾਈਵੇਟ ਮੰਡੀਜ਼ ਦੀ ਐਸਟੈਬਲਿਸ਼ਮੈਂਟ ਕੀਤੀ ਗਈ। ਠੀਕ ਹੈ, ਇਸ ਐਸਟੈਬਲਿਸ਼ਮੈਂਟ ਦੇ ਅਧੀਨ ਜਿਹੜਾ ਬਿੱਲ ਹੈ ਜਿਹੜਾ ਫਾਰਮਰਸ ਲਈ ਇੱਕ ਅਗੇਂਸਟ ਪ੍ਰੋਟੈਸਟ ਦਾ ਕਾਰਨ ਬਣਿਆ। Next है second है so farmer could be sell his products produce crops ਜਾਂ products ਹੈ ਜਿਹੜੇ ਉਹ ਪ੍ਰਾਈਵੇਟ ਕੰਪਨੀ ਨੂੰ ਵੇਚ ਸਕਦੇ ਹਨ।
ठीक है। जियोग्राफिकल रिस्ट्रिक्शंस है ਜਿਹੜੀਆਂ ਉਹ ਬਿਲਕੁਲ ਹੀ ਜਿਹੜੇ ਹਟਾ ਦਿੱਤੀਆਂ ਗਈਆਂ, ਰਿਮੂਵਡ ਕਰ ਦਿੱਤੀਆਂ, ਜੋ ਕਿ ਕਾਫੀ ਵਧੀਆ ਸੀ। ਠੀਕ ਹੈ, ਉਹ ਕਿਸੇ ਵੀ ਸਟੇਟ ਵਿੱਚ ਜਾ ਕੇ ਆਪਣੀ ਕ੍ਰੌਪਸ ਨੂੰ, ਆਪਣੇ ਪ੍ਰੋਡਕਟਸ ਨੂੰ ਜਿਹੜਾ ਫਾਰਮਰ ਵੇਚ ਸਕਦੇ ਸੀ। APMC ਨੂੰ ਖਤਮ ਕਰ ਦਿੱਤਾ ਗਿਆ ਸੀ। ਠੀਕ ਹੈ, ਜਿਓਗ੍ਰਾਫਿਕਲ ਰਿਸਟ੍ਰਿਕਸ਼ਨ ਔਨ ਪੇਪਰ ਗੁੱਡਸ ਸੀ, ਪਰੰਤੂ ਫਾਰਮਰਸ ਲਈ ਜਿਹੜਾ ਉਹ ਬੈਡ ਇੰਪੈਕਟ ਵਾਲੀ ਸੀ। ਫਾਰਮਰ ਕੈਨ ਬੀ ਸੇਲ ਹਿਸ ਪ੍ਰੋਡਕਟਸ ਪ੍ਰੋਡਿਊਸ ਇਨ ਅਦਰ ਸਟੇਟ, ਕਿ ਜਿਹੜੇ ਪ੍ਰੋਡਕਟਸ ਹੈ ਜਿਹੜੇ ਪ੍ਰੋਡਿਊਸ ਕੀਤੇ ਜਾ ਰਹੇ ਸੀ ਉਹਨਾਂ ਨੂੰ ਫਾਰਮਰ ਜਿਹੜੇ ਅਦਰ ਸਟੇਟ ਵਿੱਚ ਜਾ ਕੇ ਵੇਚ ਸਕਦੇ ਸੀ, ਜਿਸ ਅਧੀਨ ਕਿ ਟਰਾਂਸਪੋਰਟੇਸ਼ਨ ਦਾ ਖਰਚਾ ਜਾਂ ਹੋਰ ਕਈ ਤਰ੍ਹਾਂ ਦੇ ਖਰਚੇ ਜਿਹੜੇ ਉਹਨਾਂ ਦੀ ਪ੍ਰੋਡਕਸ਼ਨ ਨਾਲ ਜਿਹੜਾ ਜੁੜਨ ਵਾਲੇ ਸੀ। ਠੀਕ ਹੈ, ਇਸ ਤਰ੍ਹਾਂ ਕੀ ਹੈ, ਕਈ ਤਰ੍ਹਾਂ ਦੇ ਆਬਜੈਕਟਿਵਸ ਹੈ ਜਿਹੜੇ ਫਾਰਮਰ ਦੇ ਅਧੀਨ ਹੈ ਜਿਹੜੇ ਰੱਖੇ ਗਏ ਕਿਸ ਦੇ ਵੱਲੋਂ, ਬਿੱਲ 1 ਦੇ ਅਕੋਰਡਿੰਗ। ਠੀਕ ਹੈ, ਇਹ ਬਿੱਲ ਹੈ ਜਿਹੜਾ ਦੁਆਰਾ ਫਿਰ ਦੱਸ ਦਿੱਤਾ ਗਿਆ ਹੈ ਕਿ 2020 ਵਿੱਚ ਜਿਹੜਾ ਪਾਸ ਕੀਤਾ ਗਿਆ ਪਾਰਲੀਮੈਂਟ ਦੁਆਰਾ, ਲੋਕ ਸਭਾ ਐਂਡ ਰਾਜ ਸਭਾ ਦੁਆਰਾ, ਦੋਨਾਂ ਨੂੰ ਕੀ ਹੈ, ਦੋਹਾਂ ਵੱਲੋਂ ਇਸ ਨੂੰ ਕੀ ਮਨਜ਼ੂਰੀ ਦੇ ਦਿੱਤੀ ਗਈ ਅਤੇ ਪਾਰਲੀਮੈਂਟ ਦੁਆਰਾ ਵੀ ਇਸ ਨੂੰ ਹੁਣ ਵਰਤਮਾਨ ਸਮੇਂ ਮਨਜ਼ੂਰੀ ਦੇ ਦਿੱਤੀ ਗਈ ਹੈ। ਆਓ ਹੁਣ ਅਸੀਂ ਜਾਣਦੇ ਹਾਂ ਨੈਕਸਟ ਹੈ ਸਟੇਟ ਗਵਰਨਮੈਂਟ ਦਾ ਕੀ ਰਿਐਕਸ਼ਨ ਹੈ। ਨੈਕਸਟ ਹੈ ਬਿੱਲ 2। ਬਿੱਲ 2 ਹੈ ਜਿਹੜਾ ਇਹ ਕੰਟਰੈਕਟ ਫਾਰਮਿੰਗ ਰਿਲੇਟਡ ਬਿੱਲ ਸੀ। ਠੀਕ ਹੈ, ਜਿਸ ਅਧੀਨ ਕੀ ਹੈ ਕੰਪਨੀ ਆਪਣੇ ਪ੍ਰੋਡਕਟਸ ਨੂੰ ਖਰੀਦਣ ਲਈ ਕਿਸਾਨ ਜਿਹੜਾ ਇੱਕ ਕੰਟਰੈਕਟ ਕਰੇਗਾ, ਕੰਟਰੈਕਟ ਬੇਸ ਪਾਲਿਸੀ ਅਪਣਾਏਗਾ ਕਿਸ ਦੇ ਨਾਲ, ਪ੍ਰਾਈਵੇਟ ਕੰਪਨੀਆਂ ਨਾਲ। ਠੀਕ ਹੈ, ਦੀ ਬੈਡ ਇੰਪੈਕਟ ਵਾਸ ਡੈਟ ਕੰਪਨੀ ਸਟੋਰਿੰਗ ਹਿਸ ਪ੍ਰੋਡਕਟ ਪ੍ਰੋਡਿਊਸ ਪ੍ਰੋਡਕਟ ਇਨ ਹਾਈ ਕੁਆਂਟੀਟੀ, ਕਿ ਕੰਪਨੀਜ਼ ਹੈ ਜਿਹੜੀ ਜਦੋਂ ਪ੍ਰੋਡਕਟ ਦਾ ਵੈਲਿਊ ਹੈ ਜਿਹੜਾ ਉਹ ਲੋ ਹੋ ਜਾਏਗਾ। ਠੀਕ ਹੈ, ਉਸ ਟਾਈਮ ਹੈ ਜਿਹੜਾ ਕੰਪਨੀ ਭਾਰੀ ਮਾਤਰਾ ਵਿੱਚ ਪ੍ਰੋਡਕਸ਼ਨ ਨੂੰ ਖਰੀਦ ਲੈਣਗੀਆਂ, ਹਾਈ ਕੁਆਂਟੀਟੀ ਵਿੱਚ ਖਰੀਦ ਲੈਣਗੀਆਂ ਤੇ ਉਸਨੂੰ ਸਟੋਰ ਕਰ ਲੈਣਗੀਆਂ। ਠੀਕ ਹੈ, ਤੇ ਜਦੋਂ ਮੁੱਲ ਵਧਿਆ ਉਸਨੂੰ ਵੇਚ ਦੇਣਗੀਆਂ। ਇਸ ਤਰ੍ਹਾਂ ਕੀ ਕੰਪਨੀ ਭਾਰੀ ਮਾਤਰਾ ਵਿੱਚ ਜਿਹੜਾ ਫਾਇਦਾ ਚੁੱਕ ਸਕਦੀਆਂ ਹਨ ਤੇ ਫਾਰਮਰਸ ਨੂੰ ਕੀ ਹੈ ਇੱਕ ਬੈਡ ਇੰਪੈਕਟ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ। ਇਨ ਕੇਸ the farmer will not get the right value of the production, ਫਾਰਮਰ ਨੂੰ ਜਦ ਮੰਨ ਲਓ ਉਹਨਾਂ ਨੇ ਹਾਈ ਕੁਆਂਟੀਟੀ ਵਿੱਚ ਇੱਕ ਸਾਲ ਖਰੀਦ ਲਿਆ, ਦੂਸਰੇ ਸਾਲ ਉਹਨਾਂ ਨੇ ਪ੍ਰੋਡਕਸ਼ਨ ਹੈ ਜਿਹੜੀ ਉਹਨਾਂ ਦੀ ਉਪਜ ਨੂੰ ਪ੍ਰੋਪਰਲੀ ਨਹੀਂ ਖਰੀਦਿਆ ਤਾਂ ਉਹਨਾਂ ਦੀ ਪ੍ਰੋਡਕਸ਼ਨ ਹੈ ਜਿਹੜੀ ਵੇਸਟੇਜ ਵੱਲ ਜਾਵੇਗੀ ਅਤੇ ਫਾਰਮਰਸ ਨੂੰ ਕੀ ਹੈ ਉਹਨਾਂ ਦੀ ਪ੍ਰੋਡਕਸ਼ਨ, ਉਹਨਾਂ ਦੀ ਉਪਜ ਦਾ ਉਚਿਤ ਮੁੱਲ ਹੈ ਜਿਹੜਾ ਪ੍ਰਾਪਤ ਨਹੀਂ ਹੋਵੇਗਾ। ਇਨ ਦਿਸ ਰਿਜ਼ਲਟ ਕੀ ਹੋ ਸਕਦਾ ਹੈ ਕਿ ਸਮ ਫਾਰਮਰ ਵਿਲ ਗੈਟ ਦੀ ਸੁਸਾਈਡ, ਕਿ ਕਈ ਫਾਰਮਰ ਜਿਹੜੇ ਤਬਾਹ ਹੋਣ ਕਾਰਨ ਜਾਂ ਗਰੀਬ ਹੋਣ ਕਾਰਨ ਪ੍ਰੋਪਰਲੀ ਆਪਣੀ ਉਪਜ ਦਾ ਮੁੱਲ ਪ੍ਰਾਪਤ ਨਾ ਕਰਨ ਕਾਰਨ ਸੁਸਾਈਡ ਵੱਲ ਵੀ ਜਾ ਸਕਦੇ ਹਨ, ਜੋ ਕਿ ਸਾਡੇ ਅੱਜ ਦੇ ਸਮੇਂ ਦੀ ਇੰਡੀਆ ਦੀ ਇੱਕ ਬਹੁਤ ਵੱਡੀ ਸਮੱਸਿਆ ਰਹੀ ਹੈ। ਸੋ ਫਾਰਮਰਸ ਨੂੰ ਕੀ ਹੈ ਉਹਨਾਂ ਦੀ ਉਪਜ ਦਾ ਜਿਹੜਾ ਰੋਜੀ ਰੋਟੀ ਦੀ ਉਪਜ ਮੁੱਲ ਹੈ ਜਿਹੜਾ ਪ੍ਰਾਪਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਹੀਂ ਤਾਂ ਕੀ ਹੈ ਕਈ ਕਿਸਾਨ ਲਈ ਕਈ ਤਰ੍ਹਾਂ ਦੀ ਪ੍ਰੋਬਲਮਸ ਹੈ ਜਿਹੜੀਆਂ ਖੜੀਆਂ ਹੋ ਜਾਣਗੀਆਂ। ਠੀਕ ਹੈ, ਇਸ ਅਧੀਨ ਕੀ ਹੈ PM ਮੋਦੀ ਜੀ ਦੇ ਦੁਆਰਾ ਵੀ ਅਨਾਉਂਸ ਕੀਤਾ ਗਿਆ ਹੈ ਕਿ ਫਾਰਮਰ ਵਿਲ ਗੈਟ ਦੀ MC ਰੇਟ ਫਰੋਮ ਦੀ ਪ੍ਰੋਡਕਸ਼ਨ, ਕਿ ਫਾਰਮਰਸ ਨੂੰ ਕੀ ਹੈ ਉਹਨਾਂ ਨੂੰ MC ਰੇਟ ਵਾਲਾ ਜਿਹੜਾ ਰੇਟ ਹੈ ਜਿਹੜਾ ਪ੍ਰੋਡਕਸ਼ਨ ਦਾ ਉਹੀ ਪ੍ਰਾਪਤ ਹੋਵੇਗਾ ਜਿਹੜਾ ਕਿ APMC ਵਿੱਚ ਕਿਸਾਨਾਂ ਨੂੰ ਪ੍ਰਾਪਤ ਹੁੰਦਾ ਸੀ। ਨੈਕਸਟ ਹੈ ਸਾਡਾ ਬਿੱਲ 3। ਬਿੱਲ 3 ਹੈ ਜਿਹੜਾ ਇਹ ਹਾਰਡਿੰਗ ਰਿਲੇਟਡ ਹੈ। ਠੀਕ ਹੈ, ਹਾਰਡਿੰਗ ਰਿਲੇਟਡ ਹੈ ਜਿਸ ਅਧੀਨ ਕੀ ਹੈ ਸਟੋਰੇਜ ਨਾਲ ਜਾਂ ਫਿਰ ਵਪਾਰ ਨਾਲ ਰਿਲੇਟਡ ਹੈ ਜਿਹੜਾ ਬਿੱਲ 3 ਹੈ ਜਿਹੜਾ ਸਾਡਾ ਸੰਬੰਧਿਤ ਹੈ। ਇਸ ਅਧੀਨ ਕੀ ਹੈ ਕਿਸਾਨ, ਜ਼ਿਮੀਦਾਰ, ਆੜ੍ਹਤੀਏ ਅਨਾਜ ਨੂੰ ਕੀ ਵੱਡੀ ਮਾਤਰਾ ਵਿੱਚ ਸਟੋਰ ਕਰ ਸਕਦੇ, ਜਿੰਨੀ ਮਰਜ਼ੀ ਵੱਡੀ ਮਾਤਰਾ ਵਿੱਚ ਸਟੋਰ ਕਰ ਸਕਦੇ। ਪਹਿਲਾਂ ਕੀ ਸੀ ਇੱਕ ਲਿਮਿਟਡ ਕੁਆਂਟੀਟੀ ਵਿੱਚ ਇੱਕ ਫਾਰਮਰ ਜਿਹੜੇ ਜਾਂ ਜ਼ਿਮੀਦਾਰ ਆੜ੍ਹਤੀ ਸੀਗੇ ਇਹ ਇੱਕ ਲੀਗਲੀ ਤੌਰ ਤੇ ਇੱਕ ਲਿਮਿਟ ਤੱਕ ਹੈ ਜਿਹੜਾ ਸਟੋਰੇਜ ਕਰ ਸਕਦੇ, ਪਰੰਤੂ ਇਸ ਲਿਮਿਟ ਨੂੰ ਬਿੱਲ 3 ਦੇ ਅਧੀਨ ਬਿਲਕੁਲ ਤੌਰ ਤੇ ਹਟਾ ਦਿੱਤਾ ਗਿਆ ਹੈ ਤੇ ਫੁੱਲੀ ਤੌਰ ਤੇ ਜਿਹੜਾ ਆਪਣੀ ਪ੍ਰੋਡਕਸ਼ਨ ਨੂੰ ਉਹ ਸੇਵ ਕਰ ਸਕਦੇ ਹਨ। ਅਤੇ ਪ੍ਰਾਈਵੇਟ ਪਲੇਅਰਸ ਹੈ ਜਿਹੜੇ ਉਹ ਜਿੰਨੀ ਮਰਜ਼ੀ ਮਾਤਰਾ ਵਿੱਚ ਪ੍ਰੋਡਕਟਸ ਨੂੰ ਸਟੋਰ ਕਰ ਸਕਦੇ ਹਨ ਤੇ ਕਿਸਾਨਾਂ ਨੂੰ ਕੀ ਹੈ ਡਰ ਕਿਸ ਗੱਲ ਦਾ ਹੈ ਕਿ farmers fears that the company will get the farmer produce product in high quantity when the production will value is low, ਕਿ ਜਦੋਂ farmers ਨੂੰ ਇਹ ਡਰ ਹੈ ਕਿ ਕੰਪਨੀ ਜਦੋਂ ਪ੍ਰੋਡਕਸ਼ਨ ਦੀ ਵੈਲਿਊ ਲੋ ਹੋਣ ਤੇ ਕੀ ਆ ਹਾਈ ਕੁਆਂਟੀਟੀ ਵਿੱਚ ਜਿਹੜਾ ਪ੍ਰੋਡਕਸ਼ਨ
ਜਾਂ ਪ੍ਰੋਡਕਟਸ ਨੂੰ ਖਰੀਦ ਲਵੇਗੀ ਅਤੇ ਜਦੋਂ ਇਸ ਦਾ ਮੁੱਲ ਹਾਈ ਹੋਇਆ ਉਸ ਨੂੰ ਵੇਚ ਦੇਵੇਗੀ। ਠੀਕ ਹੈ, ਪਰੰਤੂ ਕੀ ਹੋਇਆ ਕਿ ਜਦੋਂ ਨੈਕਸਟ ਈਅਰ ਮੰਨ ਲਓ ਪ੍ਰੋਡਕਸ਼ਨ ਦੀ ਵੈਲਿਊ ਜਿਹੜੀ ਹਾਈ ਹੋ ਗਈ ਤਾਂ ਕੀ ਹੈ, ਕੰਪਨੀ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਇਹ ਉਚਿਤ ਮਾਤਰਾ ਵਿੱਚ ਇਹਨਾਂ ਪ੍ਰੋਡਕਟਸ ਨੂੰ ਨਹੀਂ ਖਰੀਦੇਗੀ। ਕਿਸ ਤੋਂ? ਕਿਸਾਨਾਂ ਤੋਂ, ਜਿਸ ਅਧੀਨ ਕਿ ਕਿਸਾਨਾਂ ਦੀ ਫਸਲ ਹੈ ਜਿਹੜੀ, ਕਿਸਾਨਾਂ ਦੀ ਉਪਜ ਹੈ ਜਿਹੜੀ, ਉਹ ਉਚਿਤ ਮੁੱਲ ਵਿੱਚ ਨਹੀਂ ਵਿਕੇਗੀ ਅਤੇ ਕਿਸਾਨਾਂ ਨੂੰ ਉਚਿਤ ਮੁੱਲ ਪ੍ਰਾਪਤ ਨਹੀਂ ਹੋਵੇਗਾ, ਜਿਸ ਅਧੀਨ ਕੀ ਹੈ ਕਿਸਾਨਾਂ ਨੂੰ ਭਾਰੀ ਮਾਤਰਾ ਵਿੱਚ ਨੁਕਸਾਨ ਜਾਂ ਕਈ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। In case farmer lost his production value, the situation will create many problems। ਕਿ ਇਹ ਅਜਿਹੀ ਤਰ੍ਹਾਂ ਦੀ ਕਈ ਗੱਲਾਂ ਹੈ ਜਿਹੜੀਆਂ ਇਹ ਫਾਰਮਰਸ ਲਈ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਕ੍ਰੀਏਟ ਕਰਨ ਵਾਲੀਆਂ ਸੀ। ਠੀਕ ਹੈ, ਇਸ ਅਧੀਨ ਕੀ ਹੈ, ਹਰੇਕ ਪ੍ਰੋਡਕਟਸ ਨੂੰ ਜਦੋਂ ਉਚਿਤ ਮਾਤਰਾ ਵਿੱਚ ਪ੍ਰਾਪਤ ਨਹੀਂ ਕੀਤਾ ਗਿਆ ਕਿਸ ਵੱਲੋਂ? ਪ੍ਰਾਈਵੇਟ ਕੰਪਨੀ ਵੱਲੋਂ, ਤਾਂ ਫਾਰਮਰਸ ਦੀ ਜਿਹੜੀ ਪ੍ਰੋਡਕਸ਼ਨ ਉਹ ਵੇਸਟ ਜਾਏਗੀ ਅਤੇ ਉਚਿਤ ਮੁੱਲ ਪ੍ਰਾਪਤ ਨਹੀਂ ਹੋਵੇਗਾ। ਸੋ ਫਾਰਮਰ ਵੱਲੋਂ ਬਿੱਲ 3 ਦਾ ਰਿਲੇਟਡ ਬਿੱਲ ਹੈ ਜਿਹੜਾ, ਇਸ ਦਾ ਅਗੇਂਸਟ ਪ੍ਰੋਟੈਸਟ ਹੈ ਜਿਹੜਾ ਇਹਨਾਂ ਕਈ ਕਾਰਨਾਂ ਵੱਲੋਂ ਕੀਤਾ ਗਿਆ ਸੀ। ਆਓ ਹੁਣ ਅਸੀਂ ਜਾਣਦੇ ਹਾਂ ਡਿਮਾਂਡਸ ਆਫ ਫਾਰਮਰ ਆਰਗੇਨਾਈਜੇਸ਼ਨ। ਤੁਸੀਂ 10-12 ਦਿਨਾਂ ਤੋਂ ਤੁਸੀਂ ਦੇਖ ਹੀ ਰਹੇ ਹੋ ਕਿਸਾਨਾਂ ਵੱਲੋਂ ਕਈ ਤਰ੍ਹਾਂ ਦੇ ਪ੍ਰੋਟੈਸਟ ਹੈ ਜਿਹੜੇ ਉਹ ਇੰਡੀਆ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲੇ ਹਨ। ਠੀਕ ਹੈ, ਜਿਸ ਅਧੀਨ ਕੀ ਹੈ ਤਿੰਨੇ ਬਿੱਲਾਂ ਦਾ ਫਾਰਮਰਸ ਵੱਲੋਂ ਪ੍ਰੋਟੈਸਟ ਕੀਤਾ ਗਿਆ ਹੈ। ਉਹਨਾਂ ਵੱਲੋਂ ਕਈ ਕੰਪਲੇਂਟਸ ਵੀ ਕੀਤੀਆਂ ਗਈਆਂ ਹਨ। ਆਓ ਹੁਣ ਅਸੀਂ ਉਸ ਦੇ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਕਿਸਾਨ ਆਰਗੇਨਾਈਜੇਸ਼ਨ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਤਿੰਨੇ ਬਿੱਲ ਹੈ ਇਹ ਪ੍ਰਾਈਵੇਟ ਕੰਪਨੀਜ਼ ਦੇ ਪੱਖ ਵਿੱਚ ਕੀਤੇ ਗਏ ਹਨ। ਠੀਕ ਹੈ, ਉਹਨਾਂ ਦੇ ਫਾਇਦੇ ਵਾਲੀ ਸੋਚ ਕੇ ਕੀਤੇ ਗਏ ਹਨ, ਪ੍ਰਾਈਵੇਟਾਈਜੇਸ਼ਨ ਵੱਲ ਸੋਚ ਕੇ ਕੀਤੇ ਗਏ ਹਨ। ਜੇਕਰ ਪਾਰਲੀਮੈਂਟ ਜਾਂ ਸਰਕਾਰ ਚਾਹੁੰਦੀ ਤਾਂ ਕੀ ਹੈ ਕੰਟਰੈਕਟ ਫਾਰਮਿੰਗ ਵਿੱਚ MSP ਦਾ ਰੇਟ ਹੈ ਜਿਹੜਾ ਜੋੜ ਸਕਦੀ ਸੀ। ਫਾਰਮਰ ਆਰਗੇਨਾਈਜੇਸ਼ਨ ਵੱਲੋਂ ਇਹ ਵੀ ਕਿਹਾ ਗਿਆ ਕਿ ਓਨਲੀ ਔਨ 6% ਜਿਹੜੇ ਫਾਰਮਰ ਹੈ ਜਿਹੜੇ ਉਹ APMC ਵਿੱਚ ਪਹੁੰਚ ਕੇ ਆਪਣੀ ਉਪਜ ਦਾ ਉਚਿਤ ਮੁੱਲ ਪ੍ਰਾਪਤ ਕਰ ਸਕਦੇ ਹਨ। ਗੁੱਡ ਰੇਟਸ MSP ਸਿਰਫ ਹੈ ਜਿਹੜਾ ਵੀਟ ਐਂਡ ਰਾਈਸ ਨੂੰ ਹੀ ਪ੍ਰਾਪਤ ਹੁੰਦਾ ਸੀ। ਠੀਕ ਹੈ, ਤੋ MSP ਟੂ ਬੀ ਮੇਡ ਆ ਲੀਗਲ ਰਾਈਟ, ਇੱਕ ਲੀਗਲੀ ਰਾਈਟ ਬਣਾ ਦਿੱਤਾ ਜਾਣਾ ਚਾਹੀਦਾ ਹੈ। ਕਿਸ ਵੱਲੋਂ? ਕਿ ਗਵਰਨਮੈਂਟ ਵੱਲੋਂ ਕਿਸਾਨਾਂ ਨੂੰ, ਤਾਂ ਕਿ ਉਚਿਤ ਮੁੱਲ ਹੈ ਜਿਹੜਾ ਪ੍ਰਾਪਤ ਹੋ ਸਕੇ। ਠੀਕ ਹੈ, ਤੇ ਜਿਹੜਾ ਮਿਡਲਮੈਨ ਹੈ ਜਿਹੜਾ ਉਸਦਾ ਖਾਤਮਾ ਹੈ ਜਿਹੜਾ, ਜਾਂ ਉਸਦੀ ਉਪਾਧੀ ਦੀ ਜਿਹੜੀ ਖਾਤਮਾ ਹੈ ਜਿਹੜਾ ਨਹੀਂ ਕੀਤਾ ਜਾਣਾ ਚਾਹੀਦਾ। APMC ਵਿੱਚ ਕੀ ਹੈ ਸੁਧਾਰਾਂ ਦੀ ਲੋੜ ਹੈ, ਨਾ ਕਿ ਉਸਨੂੰ ਖਤਮ ਕਰਨ ਦੀ ਲੋੜ ਹੈ। ਠੀਕ ਹੈ, ਦੀ ਮਿਡਲਮੈਨ ਦੇ ਤੌਰ ਤੇ ਕੀ ਹੈ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਮਿਡਲਮੈਨ ਹੈ ਜਿਹੜਾ ਉਹ ਐਜ਼ ਅ ਗਵਰਨਮੈਂਟ ਵਿੱਚ ਪਹਿਲਾਂ ਵਰਕ ਕਰਦਾ ਸੀ, ਕਿਸ ਗਵਰਨਮੈਂਟ ਲਈ ਵਰਕ ਕਰਦਾ ਸੀ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ। ਹੁਣ ਕੀ ਹੈ ਉਹ ਵਰਕ ਕਰੇਗਾ ਪ੍ਰਾਈਵੇਟ ਕੰਪਨੀਜ਼ ਲਈ। ਮੰਨ ਲਓ ਇੰਡੀਆ ਵਿੱਚ ਕੋਈ ਵੀ ਪ੍ਰਾਈਵੇਟ ਕੰਪਨੀ ਹੈ ਜਿਹੜੀ ਬਾਹਰੋਂ ਆਉਂਦੀ ਹੈ ਤਾਂ ਉਸਨੂੰ ਪਤਾ ਨਹੀਂ ਹੋਵੇਗਾ ਕਿ ਕਿਹੜਾ ਕਿਸਾਨ ਦੀ ਪ੍ਰੋਡਕਸ਼ਨ ਜਿਹੜੇ ਕਿਹੜੇ ਸਟੇਟ ਵਿੱਚ ਵਧੀਆ ਹੋਵੇਗੀ। ਤਾਂ ਜਿਹੜਾ ਮਿਡਲਮੈਨ ਹੀ ਹੈ ਜਿਹੜਾ ਉਹਨਾਂ ਦੇ ਕੰਟੈਕਟ ਹੈ ਜਿਹੜੇ ਵਧੀਆ ਹੋਣ ਕਾਰਨ ਕੀ ਹੈ ਪ੍ਰਾਈਵੇਟ ਕੰਪਨੀਜ਼ ਹੈ ਜਿਹੜੇ ਉਹਨਾਂ ਨਾਲ ਲਿੰਕ ਕ੍ਰੀਏਟ ਕਰਨਗੀਆਂ ਅਤੇ ਉਹਨਾਂ ਜਿਸ ਵੀ ਸਟੇਟ ਵਿੱਚ ਜਿਹੜਾ ਮੰਨ ਲਓ ਪ੍ਰੋਡਕਸ਼ਨ ਵਧੀਆ ਹੁੰਦੀ ਹੈ ਜਾਂ ਜਿਸ ਕਿਸਾਨ ਦੀ ਹੋਵੇਗੀ ਉਹਨਾਂ ਨਾਲ ਲਿੰਕ ਕ੍ਰੀਏਟ ਕਰਕੇ ਜਿਹੜਾ ਪ੍ਰੋਡਕਸ਼ਨ ਨੂੰ ਜਾਂ ਪ੍ਰੋਡਕਟਸ ਨੂੰ ਜਿਹੜਾ ਆਪਣੀ ਕੰਪਨੀ ਲਈ ਪ੍ਰਾਪਤ ਕਰ ਸਕਦੀਆਂ ਹਨ। ਜੇਕਰ ਗਵਰਨਮੈਂਟ ਚਾਹੁੰਦੀ, ਕਿਸਾਨ ਆਰਗੇਨਾਈਜੇਸ਼ਨ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਗਵਰਨਮੈਂਟ ਚਾਹੁੰਦੀ ਤਾਂ ਕੀ ਹੈ ਬਿੱਲ ਦੇ ਅਕੋਰਡਿੰਗ ਲੀਗਲੀ ਜਿਹੜਾ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਸੀ ਕਨਸਟੀਟਿਊਸ਼ਨ ਮੈਥਡਸ ਦੇ। ਠੀਕ ਹੈ, ਇਨ APMC cannot get provided proper opportunity to sold his crop to all the farmers। ਕਿ ਹਰੇਕ ਕਿਸਾਨ ਨੂੰ ਇਹ ਓਪਰਚੁਨਿਟੀ ਨਹੀਂ ਮਿਲਦੀ ਕਿ ਉਹ ਪ੍ਰਾਈਵੇਟ ਕੰਪਨੀਆਂ ਨਾਲ ਲਿੰਕ ਕ੍ਰੀਏਟ ਕਰਕੇ ਆਪਣੀ ਉਪਜ ਨੂੰ ਜਿਹੜਾ ਉਚਿਤ ਮੁੱਲ ਪ੍ਰਾਪਤ ਕਰ ਸਕੇ। ਇੱਕ APMC ਹੀ ਸੀ ਜਿਸ ਅਧੀਨ ਕੀ ਹੈ ਕਿ ਛੋਟੇ ਕਿਸਾਨ ਵੀ ਜਿਹੜੇ ਉਹ ਇਹਨਾਂ ਮੰਡੀਆਂ ਵਿੱਚ ਜਾ ਕੇ ਆਪਣੀ ਪ੍ਰੋਡਕਸ਼ਨ ਨੂੰ, ਆਪਣੀ ਉਪਜ ਨੂੰ, ਆਪਣੇ ਪ੍ਰੋਡਕਟਸ ਨੂੰ ਵੇਚ ਸਕਦੇ ਸੀ ਅਤੇ ਉਹਨਾਂ ਦਾ ਮੁੱਲ ਹੈ ਜਿਹੜਾ ਪ੍ਰਾਪਤ ਕਰ ਸਕਦੇ ਸੀ। ਓਨਲੀ ਔਨ 6% ਫਾਰਮਰ ਹੈ ਜਿਹੜੇ
ਉਹਨਾਂ ਨੂੰ ਓਪਰਚੁਨਿਟੀ ਮਿਲਦੀ ਹੈ ਕਿ ਉਹ APMC ਵਿੱਚ ਪਹੁੰਚ ਕੇ ਆਪਣੀ ਪ੍ਰੋਡਕਸ਼ਨ ਨੂੰ ਵੇਚ ਸਕਦੇ ਸੀ। ਫਾਰਮਰ ਵਾਂਟਸ ਦੈਟ APMC ਟੂ ਬੀ ਮੇਡ ਅ ਲੀਗਲ ਰਾਈਟ। ਫਾਰਮਰ ਚਾਹੁੰਦੇ ਹਨ ਕਿ APMC ਵਿੱਚ ਜਿਹੜਾ ਰੇਟ ਸਨ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ ਉਹ ਵੀ ਪ੍ਰਾਈਵੇਟ ਕੰਪਨੀਆਂ ਵੱਲੋਂ ਵੀ ਪ੍ਰਾਪਤ ਹੋਣਾ ਚਾਹੀਦਾ ਹੈ। ਐਜ਼ ਅ ਲੀਗਲ ਰਾਈਟ ਹੈ ਜਿਹੜਾ ਇਸ ਨੂੰ ਬਣਾ ਦਿੱਤਾ ਜਾਣਾ ਚਾਹੀਦਾ। ਇਸ ਤਰ੍ਹਾਂ ਕੀ ਹੈ, ਫਾਰਮਰ ਬਿੱਲ ਦੇ ਅਧੀਨ ਡਿਫਰੈਂਟ ਤਰ੍ਹਾਂ ਦੇ ਪ੍ਰੋਟੈਸਟ ਕੀਤੇ ਗਏ, ਜਿਸ ਅਧੀਨ ਫਾਰਮਰਸ ਨੂੰ ਕਈ ਪ੍ਰਕਾਰ ਦੇ ਡਰ ਸੀ ਕਿ ਉਹਨਾਂ ਵੱਲੋਂ ਕੀ ਹੈ ਇਹ ਖਤਰੇ ਹੋ ਸਕਦੇ ਹਨ, ਇਹ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ ਹਨ ਅਤੇ ਗੌਰਮੈਂਟ ਵੱਲੋਂ ਕੀ ਹੈ ਇਹਨਾਂ ਨੂੰ ਨਕਾਰਿਆ ਗਿਆ ਤੇ ਫਾਰਮਰਸ ਨੂੰ ਵੱਲੋਂ ਜਿਹੜਾ ਇਹ ਪ੍ਰੋਟੈਸਟ ਹੈ ਜਿਹੜਾ ਅੱਜ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ। ਫਾਰਮਰਸ ਹੈ ਜਿਹੜੇ ਇਹ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਸਟੇਟ ਵਿੱਚ ਵਧੀਆ ਰਹੀ ਹੋਵੇਗੀ ਫਾਰਮਰਸ ਬਿੱਲ, ਪਰੰਤੂ ਜਿਹੜਾ ਇਸ ਦਾ ਬੈਡ ਇੰਪੈਕਟ ਹੈ ਜਿਹੜਾ ਕਾਫੀ ਸਟੇਟ ਵਿੱਚ ਦੇਖਣ ਨੂੰ ਮਿਲਿਆ ਹੈ। ਸੋ ਸਟੂਡੈਂਟਸ, ਇਹ ਸੀ ਸਾਡੀ ਫਾਰਮਰ ਬਿੱਲ 2020 ਨਾਲ ਰਿਲੇਟਡ ਮੇਰੀ ਵੀਡੀਓ। ਠੀਕ ਹੈ, ਪਲੀਜ਼ ਇਸ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।